ਨਿੱਕੀਆਂ ਦੋ ਜਿੰਦਾਂ ਜਦੋਂ ਨੀਹਾਂ 'ਚ ਖਲਾਰੀਆਂ, ਅੰਬਰਾਂ ਦੇ ਤਾਰਿਆਂ ਨੇ ਰੋ ਰੋ ਤਾਂ ਮਾਰੀਆਂ। ਤੁਹਾਨੂੰ ਕੀ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਜ ਨੂੰ ਕਿਹੜੀ ਵੱਡੀ ਦੇਣ ਦਿੱਤੀ? ਅੱਜ ਜਿਹੜਾ ਆਪਾਂ ਸਿਰ ਉਠਾ ਕੇ ਜੀ ਰਹੇ ਹਾਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੁਰਬਾਨੀ ਹੈ। ਉਸ ਸਮੇਂ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਦੀ ਜਿਹੜੀ ਭੂਮਿਕਾ ਸੀ ਉਸ ਨੂੰ ਕਿਵੇਂ ਦੇਖਦੇ ਹੋ? ਕਿ ਅਗਰ ਸ਼ਰੀਅਤ ਦੀ ਕੋਈ ਗੱਲ ਹੁੰਦੀ ਤੇ ਇੱਕ ਛੋਟੀ ਜਿਹੀ ਰਿਆਸਤ ਦਾ ਨਵਾਬ ਸ਼ੇਰ ਮੁਹੰਮਦ ਖਾਨ ਖੜਾ ਹੋ ਕੇ ਇਹ ਨਾ ਕਹਿੰਦਾ ਕਿ ਸੂਬੇਦਾਰਾ ਇਸਲਾਮ ਬੱਚਿਆਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਵਾਰੇ ਤੈ ਅਜੀਤ ਤੇ ਵਾਰੇ ਤੈ ਅਜੀਤ ਤੇ ਜੁਝਾਰ ਬਾਜਾਂ ਵਾਲਿਆ, ਸਾਡੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ, ਸਾਡੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਬਾਣੀ ਤੇ ਦਰਸ਼ਨ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਦਸੰਬਰ ਦਾ ਮਹੀਨਾ ਸਿੱਖ ਪੰਥ ਦੇ ਵਿੱਚ ਬਹੁਤ ਹੀ ਵੈਰਾਗਮਈ ਮਹੀਨਾ ਹੁੰਦਾ ਹੈ, ਕਿਉਂਕਿ ਇਸ ਮਹੀਨੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਹੋਈ, ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦੀ ਹੋਈ। ਅਸੀਂ ਗੱਲਬਾਤ ਕਰਾਂਗੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਉੱਪਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਉੱਪਰ। ਵਿਸ਼ੇਸ਼ ਤੌਰ 'ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਪੰਥਕ ਕਵੀ ਜ਼ਮੀਰ ਅਲੀ ਜ਼ਮੀਰ, ਜੋ ਕਿ ਮਲੇਰਕੋਟਲਾ ਤੋਂ ਨੇ। ਤੁਸੀਂ ਬੜੇ ਪੰਥਕ ਕਵੀ ਸੁਣੇ ਹੋਣਗੇ, ਪਰ ਵਿਸ਼ੇਸ਼ ਤੌਰ 'ਤੇ ਜ਼ਮੀਰ ਅਲੀ ਜ਼ਮੀਰ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਨੂੰ ਪੰਥਕ ਸਟੇਜਾਂ ਦੇ ਉੱਪਰ ਬਹੁਤ ਹੀ ਸਲਾਹਿਆ ਜਾਂਦਾ ਹੈ। ਅੱਜ ਸਾਡੇ ਨਾਲ ਮੌਜੂਦ ਨੇ। ਤੁਹਾਡਾ ਸਵਾਗਤ ਹੈ ਜੀ ਸਟੂਡੀਓ। ਥੈਂਕ ਯੂ ਸਰ। ਆਪਾਂ ਗੱਲ ਕਰਦੇ ਹਾਂ ਕਵਿਤਾਵਾਂ ਦੀ। ਤੁਸੀਂ ਪੰਥਕ ਸਟੇਜਾਂ ਦੇ ਉੱਪਰ ਜਾ ਕੇ ਬਹੁਤ ਸਾਰੀਆਂ ਕਵਿਤਾਵਾਂ ਗਾਉਂਦੇ ਹੋ ਅਤੇ ਸਿੱਖ ਪੰਥ ਦੇ ਵੱਲੋਂ ਬਹੁਤ ਹੀ ਉਹਨਾਂ ਕਵਿਤਾਵਾਂ ਨੂੰ ਧਿਆਨ ਦੇ ਨਾਲ, ਸ਼ਰਧਾ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਸੁਣਿਆ ਜਾਂਦਾ ਹੈ। ਥੈਂਕ ਯੂ। ਆਪਾਂ ਅੱਗੇ ਗੱਲਬਾਤ ਸ਼ੁਰੂ ਕਰੀਏ। ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੇ ਜੀਵਨ ਦੇ ਉੱਪਰ ਆਪਾਂ ਸ਼ੁਰੂਆਤ ਜਿਹੜੀ ਹੈ ਉਹ ਇੱਕ ਕਵਿਤਾ ਦੇ ਨਾਲ ਕਰੀਏ। ਸਭ ਤੋਂ ਪਹਿਲਾਂ ਤੁਸੀਂ ਇੱਕ ਕਵਿਤਾ ਸੁਣਾਓ। ਜੀ, ਮੈਂ ਹਾਜ਼ਰ ਕਰਦਾ ਹਾਂ ਆਪ ਜੀ ਦੇ ਸਟੂਡੀਓ ਦੇ ਮਾਧਿਅਮ ਨੂੰ। ਛੋਟੇ ਸਾਹਿਬਜ਼ਾਦਿਆਂ ਨੂੰ ਨਜ਼ਰਾਨਾ ਅਕੀਦਤ ਪੇਸ਼ ਕਰਨ ਤੋਂ ਪਹਿਲਾਂ ਆਓ ਆਪਾਂ ਉਹ ਠੰਡੀਆਂ ਰਾਤਾਂ ਦਾ ਤਸੱਵੁਰ ਕਰੀਏ। ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਛੋਟੇ ਦੋ ਬੱਚੇ ਕਿਸ ਤਰ੍ਹਾਂ ਆਪਣੇ ਘਰ ਤੋਂ, ਪਰਿਵਾਰ ਤੋਂ ਵਿਛੜ ਕੇ ਜਦੋਂ ਜ਼ਾਲਮਾਂ ਦੇ ਹੱਥ ਲੱਗੇ, ਉਹਨਾਂ ਸਾਰੀ ਰਾਤ ਤਸੀਹੇ ਦੇ ਕੇ ਕਚਹਿਰੀ ਦੇ ਵਿੱਚ ਸੱਦੇ। ਆਪਣੀ ਇੱਕ ਰਚਨਾ ਬਤੌਰ ਨਜ਼ਰਾਨਾ ਸਲਾਮ ਉਸ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਰਜ਼ ਕਰ ਰਿਹਾ ਹਾਂ ਜੀ ਕਿ ਮੈਂ ਅੰਬਰਾਂ ਦੇ ਤਾਰਿਆਂ ਨੇ ਰੋ ਰੋ ਤਾਂ ਮਾਰੀਆਂ, ਅੰਬਰਾਂ ਦੇ ਤਾਰਿਆਂ ਨੇ ਰੋ ਰੋ ਤਾਂ ਮਾਰੀਆਂ। ਨਿੱਕੀਆਂ ਦੋ ਜਿੰਦਾਂ ਜਦੋਂ, ਨਿੱਕੀਆਂ ਦੋ ਜਿੰਦਾਂ ਜਦੋਂ ਨੀਹਾਂ 'ਚ ਖਲਾਰੀਆਂ, ਅੰਬਰਾਂ ਦੇ ਤਾਰਿਆਂ ਨੇ ਰੋ ਰੋ ਤਾਂ ਮਾਰੀਆਂ। ਸ਼ੇਰ ਪੇਸ਼ ਕਰ ਰਿਹਾ ਹੁਜ਼ੂਰ ਮੈਂ, ਤਵੱਜੋ ਨਾਲ ਸੁਣਿਆ ਜੇ। 10 ਸੂਬੇਦਾਰਾ ਏਡਾ
ਕਹਿਰ ਕਿਉਂ ਟਾਉਣਾ ਏ, ਨਿੱਕੇ ਨਿੱਕੇ ਬਾਲਾਂ ਨੂੰ ਕਿਉਂ ਨੀਹਾਂ 'ਚ ਚਣਾਉਣਾ ਏ। ਉਹ ਦੱਸ ਸੂਬੇਦਾਰਾ ਏਡਾ ਜ਼ੁਲਮ ਕਿਉਂ ਟਾਉਣਾ ਏ, ਨਿੱਕੇ ਨਿੱਕੇ ਬਾਲਾਂ ਨੂੰ ਕਿਉਂ ਨੀਹਾਂ 'ਚ ਚਣਾਉਣਾ ਏ। ਤੇਰਾ ਕੀ ਵਿਗਾੜਦੀਆਂ, ਤੇਰਾ ਕੀ ਵਿਗਾੜਦੀਆਂ ਇਹ ਸੂਰਤਾਂ ਪਿਆਰੀਆਂ, ਅੰਬਰਾਂ ਦੇ ਤਾਰਿਆਂ ਨੇ ਰੋ ਰੋ ਤਾਂ ਮਾਰੀਆਂ। ਨਿੱਕੀਆਂ ਦੋ ਜਿੰਦਾਂ ਜਦੋਂ ਨੀਹਾਂ 'ਚ ਖਲਾਰੀਆਂ, ਅੰਬਰਾਂ ਦੇ ਤਾਰਿਆਂ ਨੇ ਰੋ ਰੋ ਤਾਂ ਮਾਰੀਆਂ। ਬਹੁਤ ਹੀ ਕਮਾਲ ਤੁਸੀਂ ਗਾਇਆ Thank ਹੈ। you. ਛੋਟੇ ਸਾਹਿਬਜ਼ਾਦੇ ਜਦੋਂ ਸਰਹੰਦ ਦੀਆਂ ਨੀਹਾਂ ਦੇ ਵਿੱਚ ਖੜੇ ਸਨ ਜੀ, ਤੇ ਉੱਥੇ ਸੂਬਾ ਸਰਹੰਦ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦਾ ਆਹਾ। ਸੀਗਾ, ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਡਰਾਵੇ ਦਿੱਤੇ ਗਏ, ਬੇਸ਼ੱਕ। ਉਹਨਾਂ ਨੂੰ ਧਰਮ ਤਿਆਗਣ ਲਈ ਕਿਹਾ ਗਿਆ। ਜੀ, ਪਰ ਸਾਹਿਬਜ਼ਾਦਿਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਕਿਆ ਬਾਤ ਉੱਥੇ ਹੈ। ਉਹਦਾ ਸਾਹਮਣਾ ਕੀਤਾ ਜੀ, ਤੇ ਜੀ। ਆਖਰਕਾਰ ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਆਪਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਵੇਂ ਹੋਈ, ਕੀ ਉਹਦੇ ਕਾਰਨ ਸੀ, ਉਸ ਤੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਇਹ ਚਾਹਾਂਗਾ ਕਿ ਤੁਸੀਂ ਪੰਥਕ ਸਟੇਜਾਂ ਦੇ ਉੱਪਰ ਇਹ ਧਾਰਮਿਕ ਕਵਿਤਾਵਾਂ ਗਾਉਂਦੇ ਹੋ, ਜੀ। ਤੁਹਾਡਾ ਇਹ ਰੁਝਾਨ ਕਿਵੇਂ ਬਣਿਆ ਇਸ ਪਾਸੇ ਵੱਲ? ਕਿਉਂਕਿ ਮੁਸਲਮਾਨ ਪਰਿਵਾਰ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਤੇ ਬਹੁਤ ਸਾਰੇ ਭਾਵਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀ। 52 ਕਵੀ ਜਿਹੜੇ ਸੀਗੇ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਰੱਖਿਆ ਸੀਗਾ ਜੀ। ਪਰ ਅੱਜ ਕੱਲ ਸਿੱਖ ਵੀ ਜਿਹੜੇ ਆ ਉਹ ਬਹੁਤ ਘੱਟ ਕਵੀ ਨਜ਼ਰ ਆਉਂਦੇ। ਆਹਾ। ਤੁਸੀਂ ਵਿਸ਼ੇਸ਼ ਤੌਰ ਤੇ ਪੰਥਕ ਸਟੇਜਾਂ ਦੇ ਉੱਪਰ ਜਿਹੜਾ ਗਾਉਣਾ ਸ਼ੁਰੂ ਕੀਤਾ, ਇਹ ਰੁਝਾਨ ਕਿਵੇਂ ਸ਼ੁਰੂ ਹੋਇਆ? ਸਰ, ਮੈਂ ਅਰਜ਼ ਕਰਦੇ ਹਾਂ ਕਿ ਜਿਹੜੀ ਸਾਡੀ ਤਰਬੀਅਤ ਹੈ, ਸਾਡੀ ਜਿਹੜੀ ਬਚਪਨ ਦੀ ਸਾਡੀ ਸੋਚ ਹੈ, ਉਹ ਸਾਡਾ ਸ਼ਹਿਰ ਬਹੁਤ ਹੀ ਪਿਆਰ ਭਰਿਆ ਸ਼ਹਿਰ ਹੈ ਜੀ। ਨਵਾਬ ਸ਼ੇਰ ਮੁਹੰਮਦ ਖਾਨ ਦੇ ਤਾਲੁਕ ਨੂੰ ਲੈ ਲਓ, ਹਜ਼ਰਤ ਬਾਬਾ ਸ਼ੇਖ ਸਦਰੁੱਦੀਨ ਸਦਰੇ ਜਹਾਂ ਦੇ ਤਾਲੁਕ ਨੂੰ ਲੈ ਲਓ ਕਿ ਸਾਡੀ ਮਿੱਟੀ ਹੀ ਦਰਵੇਸ਼ਾਂ ਵਾਲੀ ਮਿੱਟੀ ਹੈ, ਚਾਹੇ ਉਹ ਨਾਮਧਾਰੀ ਸ਼ਹੀਦੀ ਸਮਾਰਕ ਦੀ ਗੱਲ ਹੋਵੇ। ਬਚਪਨ ਦੇ ਵਿੱਚ ਜੀ, ਜਦੋਂ ਮੈਂ ਛੋਟੀਆਂ ਕਲਾਸਾਂ ਦੇ ਵਿੱਚ ਬ੍ਰਾਂਚ ਦੇ ਵਿੱਚ ਪੜ੍ਹਦਾ ਸੀਗਾ ਜੀ, ਉਸ ਵੇਲੇ ਸਾਡੇ ਸਕੂਲ ਨੂੰ ਕਿਹਾ ਜਾਂਦਾ ਸੀ ਕਿ ਇੱਕ ਚੌਕ ਦੇ ਵਿੱਚ ਜਾ ਕੇ ਨਗਰ ਕੀਰਤਨ ਆ ਰਿਹਾ ਹੈ, ਉਸ ਤੇ ਫੁੱਲਾਂ ਦੀ ਵਰਖਾ ਕਰੋ। ਤੇ ਅਸੀਂ ਛੋਟੇ ਛੋਟੇ ਜਾਂਦੇ ਹਾਂ ਜੀ, ਫੁੱਲ ਵਰਸਾਣੇ, ਝੰਡੀਆਂ ਹਿਲਾਣੀਆਂ, ਯਾਨੀ ਕਿ ਨਗਰ ਕੀਰਤਨ ਦਾ ਹਿੱਸਾ ਹੁੰਦੇ ਸੀਗੇ ਅਸੀਂ। ਅੱਜ ਵੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਤੇ ਸਾਰੀਆਂ ਕੌਮਾਂ ਰਲ ਕੇ ਮਨਾਉਂਦੀਆਂ ਹਨ ਇਸ ਤਾਲੁਕ ਨੂੰ ਵੀ। ਔਰ ਦੂਜਾ, ਸਕੂਲ ਦੇ ਦੌਰਾਨ ਹੀ ਮੈਂ ਸ਼ਾਇਰੀ ਦੇ ਪੜ੍ਹਨ ਲਿਖਣ ਦੇ ਸ਼ਊਰ ਦੇ ਵਿੱਚ ਆ ਗਿਆ ਸੀਗਾ ਜੀ। ਉਸ ਤੋਂ ਬਾਅਦ ਜੀ ਮੇਰੇ ਉਸਤਾਦ ਰਛਪਾਲ ਸਿੰਘ ਪਾਲ ਜਲੰਧਰ ਵਾਲੇ ਮਿਲੇ ਮੈਨੂੰ। ਉਹਨਾਂ ਕਿਹਾ ਕਿ ਤੂੰ ਕੁਝ ਹੋਰ ਧਰਤੀ ਦਾ ਬੰਦਾ ਹੈ ਤੇ ਦੁਨੀਆ ਦੇ ਵਿੱਚੋਂ ਨਿਕਲ ਕੇ ਆ ਧਰਮ ਦੀ ਖਿਦਮਤ ਕਰੀਏ, ਦੀਨ ਦੀ ਖਿਦਮਤ ਕਰੀਏ, ਆਓ ਸ਼ਹੀਦਾਂ ਨੂੰ ਸ਼ਰਧਾਂਜਲੀ ਦਈਏ। ਉਸ ਦਿਨ ਤੋਂ ਲੈ ਕੇ ਜੀ ਅੱਜ ਤੱਕ ਮੈਂ ਪੰਥਕ ਸਟੇਜਾਂ ਤੇ ਆਪਣੀ ਨੌਕਰੀ, ਆਪਣੀ ਡਿਊਟੀ ਨਿਭਾ ਕੇ ਐਜ਼ ਏ ਸਵਾਬ ਦੇ ਨੀਤੀ ਨਾਲ ਕੰਮ ਕਰਦਾ ਹਾਂ ਜੀ, ਤਾਂ ਕਿ ਮੇਰਾ ਨਜ਼ਰਾਨਾ। ਮਾਣ ਸਤਿਕਾਰ ਤੁਹਾਨੂੰ ਪੰਥਕ ਸਟੇਜਾਂ ਦੇ ਉੱਪਰ ਦਿੱਤਾ ਜਾਂਦਾ ਹੈ। ਤੁਹਾਡਾ ਲੰਮਾ ਤਜਰਬਾ ਰਿਹਾ ਹੈ ਪੰਥਕ ਸਟੇਜਾਂ ਦੇ ਉੱਪਰ ਕਵਿਤਾਵਾਂ ਗਾਉਣ ਦਾ। ਦਸਮ ਪਾਤਸ਼ਾਹ ਦੇ ਜੀਵਨ ਦੇ ਉੱਪਰ ਤੁਸੀਂ ਕਵਿਤਾ ਗਾਉਂਦੇ ਹੋ, ਸਾਹਿਬਜ਼ਾਦਿਆਂ ਦੇ ਜੀਵਨ ਦੇ ਉੱਪਰ ਤੁਸੀਂ ਕਵਿਤਾ ਜਿਹੜੀਆਂ ਉਹ ਪੇਸ਼ ਕਰਦੇ ਹੋ, ਵੱਖ-ਵੱਖ ਸ਼ੇਅਰ ਸੰਗਤਾਂ ਨੂੰ ਸੁਣਾਉਂਦੇ ਹੋ ਜੀ। ਜੇਕਰ ਦੇਖਿਆ ਜਾਏ ਤਾਂ ਤੁਹਾਡੀ ਨਿਗਾਹ ਦੇ ਵਿੱਚ ਸਿੱਖ ਇਤਿਹਾਸ ਕੀ ਹੈ? ਤੁਸੀਂ ਸਿੱਖ ਇਤਿਹਾਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਸਿੱਖ ਇਤਿਹਾਸ ਜਿਹੜਾ ਹੈ ਜੀ, ਇਹ ਵਹਦਤ ਦਾ ਮੰਨਣ ਵਾਲਾ ਹੈ। ਵਹਦਤ ਕਹਿੰਦੇ ਹਨ ਇੱਕ ਰੱਬ ਨੂੰ ਮੰਨਣਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਤਾ ਪੁਰਖ ਨਿਰਭਉ ਨਿਰਵੈਰ। ਜਦੋਂ ਅਸੀਂ ਜਪਜੀ ਸਾਹਿਬ ਨੂੰ ਬਗੌਰ ਪੜ੍ਹਦੇ ਹਾਂ ਜੀ, ਤੇ ਕੁਰਾਨ ਸ਼ਰੀਫ ਦੀ ਇੱਕ ਫੇਜ਼ ਹੈ ਜੀ, ਅਲਹਮਦ ਸ਼ਰੀਫ, ਉਹਦਾ ਹੈ ਜੀ ਅਲਹਮਦੁਲਿਲਾਹ ਰੱਬਿਲ ਆਲਮੀਨ ਅਰ ਰਹਿਮਾਨ ਅਰ ਰਹੀਮ। ਉਹ ਸੇਮ ਮੇਰੇ ਨਜ਼ਦੀਕ ਤਰਜਮਾ ਬਣਦਾ ਹੈ ਜੀ। ਉਹਦਾ ਵੀ ਲੇਖਾ ਜੋਖਾ ਕਰ ਲਓ, ਜਪਜੀ ਸਾਹਿਬ ਨੂੰ ਗੌਰ ਨਾਲ ਪੜ੍ਹ ਲਓ ਅਤੇ ਅਲਹਮਦ ਸ਼ਰੀਫ ਨੂੰ ਪੜ੍ਹ ਲਓ, ਇੱਕ ਮਕਾਮ ਮਿਲਦਾ ਹੈ, ਇੱਕ ਮੰਜ਼ਿਲ ਮਿਲਦੀ ਹੈ। ਇਹ ਤਾਂ ਹੋ ਗਏ ਸਿਧਾਂਤਕ ਗੱਲ ਜੀ। ਜੇਕਰ ਇਤਿਹਾਸ ਦੀ ਗੱਲ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੰਗਾਂ ਹੋਈਆਂ, ਕਈ ਜੰਗਾਂ ਉਹਨਾਂ ਨੂੰ ਮੁਗਲ ਹਕੂਮਤ ਦੇ ਨਾਲ ਲੜਨੀਆਂ ਬੇਸ਼ੱਕ।
ਆਮ ਤੌਰ ਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਜਿਹੜੀਆਂ ਜੰਗਾਂ ਸੀਗੀਆਂ ਉਹ ਮੁਸਲਮਾਨਾਂ ਦੇ ਨਾਲ ਸੀ, ਭਾਵੇਂ ਕਿ ਨਹੀਂ। ਇਤਿਹਾਸ ਕੁਝ ਹੋਰ ਹੋਵੇ। ਨਾ। ਤੁਸੀਂ ਇਸ ਨੂੰ ਕਿਸ ਨਿਗਾਹ ਨਾਲ ਨਹੀਂ, ਮੈਂ ਜੀ ਜਦੋਂ ਵੀ ਤਾਰੀਖ ਪੜ੍ਹੀ ਹੈ ਸਿੱਖ ਜਗਤ ਦੀ ਜਾਂ ਸਿੱਖ ਗੁਰੂਆਂ ਦੀ ਤਾਰੀਖ ਪੜ੍ਹੀ ਹੈ, ਉਹਨਾਂ ਕਦੇ ਮੁਸਲਮਾਨਾਂ ਤੋਂ ਵੱਖ ਨਹੀਂ ਹੋਏ ਉਹ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰੀਏ ਆਪਾਂ, ਤੇ ਉਹਨਾਂ ਦੀ ਫੌਜ ਦੇ ਵਿੱਚ ਨਮਾਜ਼ੀ ਸਿੰਘ ਹੁੰਦੇ ਸਨ ਜੀ। ਉਹ ਨਮਾਜ਼ ਵੀ ਪੜ੍ਹਦੇ ਥੇ, ਗੁਰੂ ਸਾਹਿਬ ਦੇ ਨਾਲ ਲੜਾਈ ਪਰ ਵੀ ਜਾਂਦੇ ਸੀਗੇ, ਚਾਹੇ ਮੁਖਾਲਿਫ ਜਿਹੜਾ ਮਰਜ਼ੀ ਹੁੰਦਾ ਸੀਗਾ, ਹੈ ਨਾ। ਅੱਛਾ, ਜੇ ਉਸ ਦੀ ਮੋਟੀ ਜੀ ਮਿਸਾਲ ਆਪਾਂ ਨੂੰ ਗਨੀ ਖਾਂ ਨਬੀ ਖਾਂ ਮਿਲਦੇ ਹਨ। ਸਿੱਖ ਜਗਤ ਮੁਸਲਮਾਨਾਂ ਨੂੰ ਜਾਂ ਮੁਸਲਮਾਨ ਸਿੱਖ ਜਗਤ ਨੂੰ ਆਪਣਾ ਹਿੱਸਾ ਹੀ ਸਮਝਦੇ ਹਨ। ਮੇਰੇ ਨਜ਼ਦੀਕ ਇਹ ਹੈ ਕਿ ਇਹਨਾਂ ਦੇ ਚੁੱਲ੍ਹੇ ਵੱਖ-ਵੱਖ ਹੋ ਸਕਦੇ ਹਨ, ਬੇੜਾ ਇੱਕ ਹੈ ਇਹਨਾਂ ਦਾ। ਤੁਸੀਂ ਸਿੱਖ ਇਤਿਹਾਸ ਕਿੰਨਾ ਕੁ ਪੜ੍ਹਿਆ, ਕਿਹੜੇ ਰਾਈਟਰਾਂ ਨੂੰ ਪੜ੍ਹਿਆ ਹੈ, ਕਿਹੜੀਆਂ ਕਵਿਤਾਵਾਂ ਪੜ੍ਹੀਆਂ ਨੇ, ਕਿਹੜੇ ਕਵੀਆਂ ਨੂੰ ਪੜ੍ਹਿਆ ਹੈ, ਜਾਂ ਇਤਿਹਾਸ ਦੀਆਂ ਕਿਹੜੀਆਂ ਕਿਤਾਬਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਪੜ੍ਹੀਆਂ ਨੇ? ਜੇ ਸ਼ਾਇਰੀ ਦੀ ਗੱਲ ਕਰੀਏ ਆਪਾਂ ਤਾਂ ਸ਼ਾਇਰੀ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ 52 ਕਵੀ ਹੋਏ, ਉਹਨਾਂ ਦੇ ਵਿੱਚੋਂ ਸਿਰਮੌਰ ਕਵੀ ਜਵਾਬ ਹੀ ਨਹੀਂ ਹੈ ਜੀ ਉਹਨਾਂ ਦਾ, ਭਾਈ ਨੰਦ ਲਾਲ ਗੋਇਆ ਜੀ ਦਾ। ਔਰ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਮੁਤਾਸਰ ਹਾਂ ਜਦੋਂ ਕਹਿੰਦੇ ਹਨ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਇਸ ਲਾਈਨ ਦਾ ਤਰਜਮਾ ਹੀ ਨਹੀਂ ਹੋ ਸਕਦਾ ਇਨਸਾਨ ਤੋਂ। ਜਾਂ ਤੇ ਭਾਈ ਨੰਦ ਲਾਲ ਗੋਇਆ ਜੀ ਕਹਿ ਗਏ, ਜਾਂ ਫਿਰ ਜਿਸ ਦੇ ਬਾਰੇ ਕਿਹਾ ਗਿਆ ਹੈ ਦਸਮੇਸ਼ ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸਮਝਦੇ ਹੋਣਗੇ ਇਹ ਲਾਈਨ। ਇਨਸਾਨੀ ਅਕਲ ਤੋਂ ਕਿਤੇ ਦੂਰ ਦੀ ਗੱਲ ਹੈ ਸਿੰਘ ਸਾਹਿਬ। ਉਹਨਾਂ ਦਾ ਇੱਕ ਇੱਕ ਸ਼ੇਰ ਇਨਸਾਨ ਨੂੰ ਪ੍ਰੇਰਨਾ ਦਿੰਦਾ ਹੈ ਕਿ ਦਸਮੇਸ਼ ਪਿਤਾ ਦੀ ਜ਼ਿੰਦਗੀ ਦਾ ਮਕਸਦ ਕੀ ਸੀਗਾ। 42 ਸਾਲਾ ਟਾਈਮ ਪੀਰੀਅਡ ਦੇ ਵਿੱਚ ਐਡਾ ਲੰਬਾ ਪੈਂਡਾ ਤੈਅ ਕਰ ਜਾਣਾ, ਔਰ ਉਹਨਾਂ ਦੀ ਜ਼ਿੰਦਗੀ ਨੂੰ ਭਾਈ ਨੰਦ ਲਾਲ ਗੋਇਆ ਜੀ ਨੇ ਆਪਣੇ ਸ਼ੇਰਾਂ ਦੇ ਵਿੱਚ ਢਾਲ ਦੇਣਾ, ਇਹ ਉੱਪਰ ਵਾਲੇ ਦੀ ਕਰਮ ਫਰਮਾਈ ਹੀ ਹੋ ਸਕਦੀ ਹੈ, ਇਨਸਾਨ ਦੀ ਆਪਣੀ ਪੈਦਾਵਾਰ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਦੇ ਵਿੱਚ ਬਹੁਤ ਸਾਰੇ ਕਵੀਆਂ ਨੇ ਸ਼ੇਰ ਲਿਖੇ ਨੇ। ਬੇਸ਼ੱਕ। ਕਵੀ ਅੱਲਾ ਯਾਰ ਖਾਂ ਜੋਗੀ ਦੀ ਗੱਲ ਕਰੀਏ, ਕਹਿੰਦੇ ਨੇ ਜਦੋਂ ਕਵੀ ਅੱਲਾ ਯਾਰ ਖਾਂ ਜੋਗੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਦੇ ਵਿੱਚ ਆਪਣੀ ਕਲਮ ਚੱਕੀ, ਉਹਨਾਂ ਨੇ ਸ਼ੇਰ ਲਿਖੇ, ਤੇ ਉਹਨਾਂ ਨੂੰ ਮੁਸਲਮਾਨ ਸਮਾਜ ਦੇ ਵੱਲੋਂ ਕਈ ਮੁਸ਼ਕਲਾਂ ਵੀ ਪੇਸ਼ ਆਈਆਂ। ਤੁਸੀਂ ਸਟੇਜਾਂ ਤੇ ਗਾਉਂਦੇ ਹੋ, ਤੁਹਾਨੂੰ ਕੋਈ ਇਹੋ ਜਿਹੀ ਮੁਸ਼ਕਲ ਨਹੀਂ ਪੇਸ਼ ਆਈ? ਨਹੀਂ ਸਰ, ਮੈਨੂੰ ਕੋਈ ਮੁਸ਼ਕਲ ਨਹੀਂ ਪੇਸ਼ ਆਈ ਹਲੇ ਤੱਕ, ਤੇ ਪਰਵਰਦਿਗਾਰ ਦਾ ਬੜਾ ਕਰਮ ਹੈ ਜਿਹੜਾ ਮੈਨੂੰ ਸਿੱਖ ਜਗਤ ਹੈ ਉਹ ਵੀ ਬਹੁਤ ਮਾਣ ਦਿੰਦਾ ਹੈ, ਮੇਰਾ ਮੁਸਲਿਮ ਸਮਾਜ ਵੀ ਮੈਨੂੰ ਬੜਾ ਮਾਣ ਦਿੰਦਾ ਹੈ, ਸਤਿਕਾਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਅਮਨ ਦੇ ਪੈਗੰਬਰ ਸੀਗੇ ਜੀ, ਇਨਸਾਨੀਅਤ ਦੇ ਅਲੰਬਰਦਾਰ ਸੀਗੇ ਜੀ। ਉਹਨਾਂ ਨੇ ਤਾਂ ਏਡੀਆਂ ਅਜ਼ੀਮ ਸ਼ਹਾਦਤਾਂ ਦੇ ਕੇ ਲੋਕਾਂ ਨੂੰ ਇਕੱਠਿਆਂ ਕੀਤਾ। ਅੱਜ ਜੇ ਅਸੀਂ ਅਮਨ ਅਤੇ ਸ਼ਾਂਤੀ ਚਾਹੁੰਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੱਸੇ ਰਾਹ ਤੇ ਚੱਲ ਕੇ ਜ਼ਿੰਦਗੀ ਨੂੰ ਗੁਜ਼ਾਰੀਏ। ਮੇਰਾ ਮੈਸੇਜ ਹੈ ਮੁਸਲਿਮ ਅਤੇ ਸਿੱਖ ਜਗਤ ਦੇ ਲੋਕਾਂ ਨੂੰ ਆਪ ਜੀ ਦੇ ਮਾਧਿਅਮ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜ਼ਿੰਦਗੀ ਨੂੰ ਪੜ੍ਹੋ ਅਤੇ ਸਮਝੋ। ਉਹਨਾਂ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਉਹਨਾਂ ਨੇ ਜੀਤੀ ਔਰ ਕਿਵੇਂ ਕੁਰਬਾਨੀਆਂ ਪੇਸ਼ ਕੀਤੀਆਂ। ਜਿਹੜੇ ਸਿੱਖ ਸਮਾਜ ਦੇ ਲੋਕ ਨੇ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦੇ ਨੇ। ਬੇਸ਼ੱਕ। ਉਹਨਾਂ ਨੇ ਸਿਫਤ ਕਰਨੀ ਹੀ ਕਰਨੀ ਹੈ, ਔਰ ਉਹਨਾਂ ਦੀਆਂ ਇੰਨੀਆਂ ਵੱਡੀਆਂ ਸ਼ਹਾਦਤਾਂ ਕੁਰਬਾਨੀਆਂ ਭੁਲਾਈਆਂ ਨਹੀਂ ਜਾ ਸਕਦੀਆਂ, ਸਵਾਰਿਆ ਹੈ, ਉਹ ਤਾਂ ਦੇਣਾ ਦੇ ਹੀ ਨਹੀਂ ਸਕਦੇ। ਪਰ ਜੇਕਰ ਮੁਸਲਮਾਨ ਸਮਾਜ ਦੀ ਗੱਲ ਕਰੀਏ, ਜਾਂ ਤੁਸੀਂ ਮੁਸਲਮਾਨ ਸਮਾਜ ਨਾਲ ਸੰਬੰਧ ਰੱਖਦੇ ਹੋ, ਜੇਕਰ ਤੁਹਾਡੀ ਗੱਲ ਕਰੀਏ, ਤੁਸੀਂ ਉਹਨਾਂ ਨੂੰ ਕਿਹੋ ਜਿਹੀ ਸ਼ਖਸੀਅਤ ਦੇਖਦੇ ਹੋ, ਕਿਸ ਰੂਪ 'ਚ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਜ ਨੂੰ ਕਿਹੜੀ ਵੱਡੀ ਦੇਣ ਦਿੱਤੀ? ਅੱਜ ਜਿਹੜਾ ਆਪਾਂ ਸਿਰ ਉਠਾ ਕੇ ਜੀ ਰਹੇ ਹਾਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੁਰਬਾਨੀ ਹੈ। मैं क्या है कि करिश्मा ये ज़माने भर से झुटलाया नहीं जाता, सवाली कोई भी इस दर से लौटाया नहीं जाता। गवाही देती है चमकौर की कच्ची गढ़ी, अब भी शहीदों का लहू एक बूंद भी ज़ाया नहीं जाता। शेर सुनिएगा सिंह साहब कि लुटाने पड़ते हैं माता पिता के साथ बेटे भी, लुटाने पड़ते हैं माता पिता के साथ बेटे भी, यूं ਸਰਵੰਸਦਾਨੀ ਜਗ में कहलाया नहीं जाता। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਇਹ ਦੱਸਿਆ ਕਿ ਨਾ ਸਾਨੂੰ ਦੌਲਤ ਦੀ ਜ਼ਰੂਰਤ ਹੈ, ਨਾ ਤਾਕਤ ਦੀ ਜ਼ਰੂਰਤ ਹੈ, ਨਾ ਸ਼ੋਹਰਤ ਦੀ ਜ਼ਰੂਰਤ ਹੈ। ਜ਼ਰੂਰਤ ਹੈ ਅੱਜ ਇਨਸਾਨ ਨੂੰ ਇਨਸਾਨ ਬਣਨ ਦੀ ਜ਼ਰੂਰਤ ਹੈ। ਮੈਂ ਇਨਸਾਨ ਨੂੰ ਇਨਸਾਨ ਬਣਾਵਾਂਗਾ, ਚਾਹੇ ਉਹਦੇ ਲਈ ਮੈਨੂੰ ਆਪਣੇ ਜਵਾਨ ਪੁੱਤਰ ਦੇ ਲਾਸ਼ੇ ਛੱਡ ਕੇ ਜਾਣਾ ਪਵੇ। ਤੁਸੀਂ ਜਵਾਨ ਪੁੱਤਰਾਂ ਦੀ ਗੱਲ ਕੀਤੀ ਹੈ, ਦਸਮ ਪਾਤਸ਼ਾਹ ਦੇ ਜਵਾਨ ਪੁੱਤਰਾਂ ਜੀ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਉਹਨਾਂ ਸੰਬੰਧੀ ਵੀ ਤੁਸੀਂ ਕਈ ਕਵਿਤਾਵਾਂ ਲਿਖੀਆਂ ਹੋਣਗੀਆਂ, ਸਟੇਜਾਂ ਤੇ ਗਾਈਆਂ ਹੋਣਗੀਆਂ। ਮੈਂ ਚਾਹਾਂਗਾ 2 ਲਾਈਨਾਂ ਇੱਥੇ ਵੀ ਗਾ ਕੇ ਜ਼ਰੂਰ ਦਰਸ਼ਕਾਂ ਨੂੰ ਸੁਣਾਈਆਂ ਜਾਣ, ਕਿਉਂਕਿ ਬਹੁਤ ਹੀ ਮਿੱਠੀ ਆਵਾਜ਼ ਦੇ ਵਿੱਚ ਤੁਸੀਂ ਕਵਿਤਾਵਾਂ ਸੁਣਾਓ। ਜੀ, ਮੇਰੀ ਕੋਈ ਔਕਾਤ ਨਹੀਂ ਹੈ ਸਰ, ਇਹ ਪਰਵਰਦਿਗਾਰ ਦੀ ਅਤਾ ਹੈ।
ਜੋ ਮੇਰੀ ਕਲਮ ਤੋਂ ਮੇਰੇ ਤੋਂ ਸੇਵਾ ਲਿੱਤੀ ਗਈ, ਮੈਂ ਆਪ ਜੀ ਨੂੰ ਅਰਜ਼ ਕਰਦੇ ਹਾਂ। 4 ਸਾਹਿਬਜ਼ਾਦਿਆਂ ਦਾ ਜ਼ਿਕਰ ਹੋਏਗਾ, ਇਸ ਦੇ ਵਿੱਚ ਚਮਕੌਰ ਦਾ ਜ਼ਿਕਰ ਹੋਏਗਾ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦਾ ਜ਼ਿਕਰ ਹੋਏਗਾ। ਮੇਰੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ, ਮੇਰੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ, ਭਵ ਜਲੋਂ ਮੈਨੂੰ ਵੀ ਦੇ ਤਾਰ ਬਾਜਾਂ ਵਾਲਿਆ, ਮੇਰੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ। ਜਗ ਨੂੰ ਨਹੀਂ ਭੁੱਲਣੀਆਂ ਤੇਰੀਆਂ ਕਹਾਣੀਆਂ, ਸਾਨੀ ਤੇਰਾ ਕੋਈ ਨਹੀਂ ਓ ਪੁੱਤਰਾਂ ਦੇ ਦਾਨੀਆਂ, ਤੇਰੇ ਜਿਹਾ ਕੋਈ ਨਾ, ਤੇਰੇ ਜਿਹਾ ਕੋਈ ਨਾ, ਸਾਲਾਰ ਬਾਜਾਂ ਵਾਲਿਆ, ਸਾਡੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ। ਔਰ ਸਿੰਘ ਸਾਹਿਬ, ਮੈਂ ਆਪ ਜੀ ਦੀ ਨਜ਼ਰ ਜਿਹੜਾ ਮੇਰੇ ਦਿਲ ਦੇ ਨਜ਼ਦੀਕ ਸ਼ੇਰ ਹੈ ਉਹ ਪੇਸ਼ ਕਰਨ ਜਾ ਰਿਹਾ ਹਾਂ। ਕਦੀ ਜ਼ੋਰਾਵਰ ਕਦੀ ਫਤਿਹ ਸਿੰਘ ਵਾਰਿਆ, ਸਿੱਖੀ ਵਾਲਾ ਸਿਰੋਂ ਏਦਾਂ ਕਰਜ਼ ਉਤਾਰਿਆ, ਵਾਰੇ ਤੇ ਅਜੀਤ ਤੇ ਵਾਰੇ ਤੇ ਅਜੀਤ ਤੇ ਜੁਝਾਰ ਬਾਜਾਂ ਵਾਲਿਆ, ਸਾਡੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ, ਸਾਡੇ ਵੱਲ ਮੋੜ ਲੈ ਮੁਹਾਰ ਬਾਜਾਂ ਵਾਲਿਆ। ਬਹੁਤ ਧੰਨਵਾਦ। ਬਹੁਤ ਵਿਰਾਗਮਈ ਆਵਾਜ਼ ਦੇ ਵਿੱਚ ਤੁਸੀਂ ਇਹ ਸੁਣਾਇਆ। ਗੁਰੂ ਸਾਹਿਬ ਦਾ ਇਤਿਹਾਸ ਹੀ ਐਸਾ ਹੈ, ਕੋਈ ਵੀ ਬੰਦਾ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦਾ ਹੈ, ਸਾਹਿਬਜ਼ਾਦਿਆਂ ਦੇ ਜੀਵਨ ਨੂੰ ਪੜ੍ਹਦਾ ਹੈ, ਚਾਹੇ ਉਹ ਵੱਡੇ ਸਾਹਿਬਜ਼ਾਦੇ ਨੇ, ਛੋਟੇ ਸਾਹਿਬਜ਼ਾਦੇ ਨੇ, ਅੱਖਾਂ ਦੇ ਵਿੱਚੋਂ ਆਪਣੇ ਆਪ ਹੀ ਜਿਹੜਾ ਤਰਪਕ ਤਰਪਕ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਛੋਟੀ ਉਮਰ ਦੇ ਵਿੱਚ ਦਿੱਤੀ ਹੋਈ ਉਹ ਵੱਡੀ ਸ਼ਹਾਦਤ ਸੀਗੀ। ਪਰ ਆਪਾਂ ਗੱਲ ਕਰ ਰਹੇ ਹਾਂ ਨਾਲ ਨਾਲ ਜਿਹੜਾ ਤੁਸੀਂ ਪੰਥਕ ਸਟੇਜਾਂ ਦੇ ਉੱਪਰ ਕਵਿਤਾਵਾਂ ਗਾਉਂਦੇ ਹੋ ਸਾਹਿਬਜ਼ਾਦਿਆਂ ਦੇ ਜੀਵਨ ਦੇ ਉੱਪਰ, ਤੁਹਾਡਾ ਪੰਥਕ ਸਟੇਜਾਂ ਦੇ ਉੱਪਰ ਤਜਰਬਾ ਕਿਹੋ ਜਿਹਾ ਰਿਹਾ? ਅੱਜ ਦਾ ਜਿਹੜਾ ਦੌਰ ਹੈ ਜੀ, ਅੱਜ ਕੀਰਤਨ ਦਾ ਦੌਰ ਹੈ ਔਰ ਕਵੀ ਹੌਲੇ ਹੌਲੇ ਸਾਰੇ ਘਟ ਰਹੇ ਹਨ। ਜਿਹੜੇ ਪਹਿਲਾਂ ਉਸਤਾਦ ਕਵੀ ਹੋਏ, ਸਫਰੀ ਸਾਹਿਬ ਹੋਏ, ਕਾਸਿਦ ਸਾਹਿਬ ਹੋਏ, ਅਜਿਹੇ ਲੋਕ ਪੰਥ ਦੀ ਖਿਦਮਤ ਕਰਦੇ ਸਨ, ਪੰਥ ਨੂੰ ਸਿੱਧੇ ਰਾਹ 'ਤੇ ਪਾਉਂਦੇ ਸਨ। ਅਗਰ ਕੋਈ ਭੁੱਲਿਆ ਭਟਕਿਆ ਹੁੰਦਾ ਤੇ ਉਹਨੂੰ ਆਪਣੀ ਸ਼ਾਇਰੀ ਦੇ ਜ਼ਰੀਏ ਉਹਨੂੰ ਸਿੱਧਾ ਰਾਹ ਦਿਖਾਉਂਦੇ, ਗੁਰੂ ਦਾ ਰਾਹ ਦਿਖਾਉਂਦੇ। ਅੱਜ ਮੇਰੇ ਨਜ਼ਦੀਕ ਇਹ ਹੈ ਕਿ ਬਹੁਤ ਘੱਟ ਕਵੀ ਰਹਿ ਗਏ ਹਨ ਜਿਹੜੇ ਆਪਣੇ ਸਮਾਜ ਨੂੰ, ਆਪਣੀ ਕੌਮ ਨੂੰ ਆਪਣੀ ਕਲਮ ਦੇ ਜ਼ਰੀਏ, ਆਪਣੀ ਆਵਾਜ਼ ਦੇ ਜ਼ਰੀਏ ਸਿੱਧਾ ਰਸਤਾ ਦਿਖਾ ਸਕਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਕਵੀ ਰੱਖੇ ਸੀ ਬੇਸ਼ੱਕ ਤੌਰ ਤੇ, ਹੈ ਨਾ? ਜਿਹੜੀ ਇਹ ਕਵਿਤਾ ਗਾਉਣ ਵਾਲੀ ਪ੍ਰਥਾ ਹੈ, ਇਸ ਤੋਂ ਕਿਵੇਂ ਜਿਉਂਦਾ ਰੱਖਿਆ ਜਾ ਸਕਦਾ ਹੈ? ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਅੱਜ ਜਿਹੜਾ ਇਹ ਅਲੋਪ ਹੁੰਦੀ ਜਾ ਰਹੀ ਹੈ ਪ੍ਰਥਾ? ਬਹੁਤ ਘੱਟ ਕਵੀ ਨੇ ਜਿਹੜੇ ਪੰਥਕ ਸਟੇਜਾਂ ਦੇ ਉੱਪਰ ਆ ਕੇ ਕਵਿਤਾਵਾਂ ਪੇਸ਼ ਕਰਦੇ ਨੇ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਗਾਉਂਦੇ ਨੇ। ਜ਼ਰੂਰੀ ਹੈ ਜੀ। ਦੇਖੋ, ਗੁਰੂ ਸਾਹਿਬ ਨੇ ਆਪਣੇ ਦਰਬਾਰ 'ਚ 52 ਕਵੀ ਰੱਖੇ ਹੋਏ ਸਨ। 52 ਤਾਂ ਇੱਕ ਰੂਟੀਨ ਹੈ, ਉਹ ਹਰ ਵਕਤ ਉਹਨਾਂ ਦੇ ਦਰਬਾਰ 'ਚ ਰਹਿੰਦੇ ਹੀ ਸੀਗੇ ਜੀ, ਪਾਉਂਟਾ ਸਾਹਿਬ ਦੀ ਧਰਤੀ 'ਤੇ। ਹੋਰ ਬਹੁਤ ਸਾਰੇ ਕਵੀ ਥੇ, 100 ਤੋਂ ਜ਼ਿਆਦਾ ਕਵੀ ਹਨ ਜੀ ਉਹਨਾਂ ਦੇ, ਜਿਹੜੇ ਉਹਨਾਂ ਦੇ ਟੱਚ ਦੇ ਵਿੱਚ, ਜਿਹੜੇ ਉਹਨਾਂ ਤੋਂ ਤਨਖਾਹ ਲੈਂਦੇ ਸੀ, ਵਜ਼ੀਫੇ ਲੈਂਦੇ ਥੇ, ਇਨਾਮ ਇਕਰਾਮ ਲੈਂਦੇ ਥੇ, ਤਾਂ ਕਿ ਆਪਣੀ ਕਵਿਤਾ ਗੁਰੂ ਸਾਹਿਬ ਦੇ ਖਿਦਮਤ ਦੇ ਵਿੱਚ ਆ ਕੇ ਪੇਸ਼ ਕਰਦੇ ਸਨ। ਕਵੀ ਦੀ ਡਿਊਟੀ ਇਹ ਹੁੰਦੀ ਸੀ ਕਿ ਉਹ ਆਪਣੀ ਕਲਮ ਦੇ ਜ਼ਰੀਏ, ਆਪਣੇ ਅੰਦਾਜ਼ ਬਿਆਨ ਦੇ ਜ਼ਰੀਏ, ਜਿਹੜੇ ਸਿਪਾਹੀ ਹਨ ਉਹਨਾਂ ਦੇ ਵਿੱਚ ਜੋਸ਼ ਭਰਦੇ ਹਨ, ਢਾਡੀ ਵੀ।
ਹੈ ਨਾ। ਕੀਰਤਨ ਵੀ ਜੋਸ਼ ਦਿੰਦਾ ਹੈ ਸਾਨੂੰ। ਕੋਈ ਵੀ ਜਿਹੜੀ ਸਿਨਫ ਹੈ, ਸਾਡੀ ਪਰੰਪਰਾ ਹੈ, ਉਹ ਕਿਸੇ ਮਕਸਦ ਤੋਂ ਖਾਲੀ ਨਹੀਂ ਹੈ। ਲੇਕਿਨ ਕਵੀਆਂ ਦੀ ਖਾਸ ਤੌਰ ਤੇ ਡਿਊਟੀ ਹੁੰਦੀ ਸੀ ਕਿ ਉਹ ਆਪਣੀ ਜੋਸ਼ੀਲੀਆਂ ਕਵਿਤਾਵਾਂ, ਹੈ ਨਾ, ਵੈਰਾਗਮਈ ਕਵਿਤਾਵਾਂ, ਰੰਗ ਦੇ ਵਿੱਚ ਭਰੀਆਂ ਹੋਈਆਂ ਕਵਿਤਾਵਾਂ ਆਪ ਜੀ ਨੂੰ ਪੇਸ਼ ਕਰਨ ਤੇ ਸੰਗਤ ਨੂੰ ਸੁਣਾਉਣ, ਸਿਪਾਹੀਆਂ ਨੂੰ ਸੁਣਾਉਣ, ਤਾਂ ਕਿ ਸਿਪਾਹੀਆਂ ਦਾ ਜਜ਼ਬਾ, ਮਨੋਬਲ ਜਿਹੜਾ ਹੈ ਵੱਧ ਜਾਏ। ਅੱਜ ਦਾ ਜਿਹੜਾ ਦੌਰ ਹੈ ਜੀ, ਕਵੀ ਇਸ ਪਾਸੇ ਆਉਂਦੇ ਵੀ ਨਹੀਂ ਹਨ ਜੀ, ਨਵੇਂ ਜਿਹੜੇ ਲੋਕ ਹਨ, ਔਰ ਸਿੱਖਦੇ ਵੀ ਨਹੀਂ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਦੀ ਗੱਲ ਚੱਲਦੀ ਹੈ, ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਹੁੰਦੀ ਹੈ, ਤੇ ਲੋਕਾਂ ਦੇ ਵਿੱਚ ਆਮ ਤੌਰ ਤੇ ਇਹ ਪ੍ਰਚਲਿਤ ਹੈ ਕਿ ਉਸ ਸਮੇਂ ਮੁਸਲਮਾਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਤੁਸੀਂ ਇਸ ਨੂੰ ਕਿਵੇਂ ਜਿਹੜਾ ਹੈ, ਇਹ ਕਿਸ ਨਜ਼ਰ ਨਾਲ ਦੇਖੋਗੇ ਜਾਂ ਕੀ ਕਹਿਣਾ ਚਾਹੋਗੇ ਇਸ ਦੇ ਉੱਪਰ? ਦੇਖੋ ਸਰ, ਜੇ ਤਾਂ ਇਹ ਕੋਈ ਤਾਰੀਖ ਦਾ ਹਵਾਲਾ ਹੈ, ਫਿਰ ਤੇ ਇਹਦੀ ਕੋਈ ਕਾਟ ਹੀ ਨਹੀਂ ਹੈ, ਜਾਂ ਜੇ ਬੰਦਾ ਸਮਝਣਾ ਹੀ ਨਹੀਂ ਚਾਹੁੰਦਾ ਫਿਰ ਇਹਦੀ ਕੋਈ ਕਾਟ ਨਹੀਂ ਹੈ। ਮੈਂ ਆਪ ਜੀ ਨੂੰ ਸਰਸਾ ਦੀ ਨਦੀ ਦਾ ਜਿਹੜਾ ਵਿਛੋੜਾ ਹੈ ਉੱਥੋਂ ਲੈ ਕੇ ਚੱਲਦਾ ਹਾਂ। ਜਦੋਂ ਸਰਸਾ ਨਦੀ ਦੇ ਕੰਢੇ ਤੇ ਆ ਗਏ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਵਿਛੜ ਗਏ, ਪਰਿਵਾਰ ਦਾ ਵਿਛੋੜਾ ਪੈ ਗਿਆ, ਸਭ ਤੋਂ ਪਹਿਲਾਂ ਸਿਕਿਉਰਿਟੀ ਦੇਣ ਵਾਲਾ ਮਾਤਾ ਗੁਜਰ ਕੌਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਮੁਹੰਮਦ ਕਯੂਮ, ਜਿਹਨੂੰ ਘੁੰਮਾ ਮਾਸ਼ਕੀ ਕਿਹਾ ਜਾਂਦਾ ਹੈ, ਉਹਨੇ ਕਿਹਾ ਕਿ ਬਜ਼ੁਰਗ ਮਾਤਾ ਛੋਟੇ ਛੋਟੇ ਬੱਚਿਆਂ ਨੂੰ ਪਾਣੀ ਦੇ ਵਿੱਚੋਂ ਆਈ ਹੈ। ਉਹਨੇ ਸਲਾਮ ਕੀਤਾ, ਸਲਾਮ ਕਰਕੇ ਬੱਚਿਆਂ ਨੂੰ ਪਿਆਰ ਦਿੱਤਾ ਅਤੇ ਕਿਹਾ ਕਿ ਮਾਤਾ ਜੀ, ਮੈਨੂੰ ਆਪਣਾ ਖਾਦਮ, ਆਪਣਾ ਨੌਕਰ ਜਾਣਿਓ, ਤੁਸੀਂ ਮੇਰੇ ਘਰ ਚੱਲੋ, ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾ ਰਿਹਾ ਹਾਂ। ਰਸਤੇ ਦੇ ਵਿੱਚ ਮਾਤਾ ਜੀ ਵੀ ਉਹਦੇ ਨਾਲ ਨਾਲ ਤੁਰ ਪਏ ਉਹਦੇ ਘਰ ਜਾਣ ਲਈ। ਉਹਨਾਂ ਨੇ ਦੱਸਿਆ ਹੋਵੇਗਾ ਕਿ ਮੁਹੰਮਦ ਕਯੂਮ ਨੇ, ਘੁੰਮੇ ਮਾਸ਼ਕੀ ਨੇ, ਕਿ ਮੇਰਾ ਨਾਮ ਮੁਹੰਮਦ ਕਯੂਮ ਹੈ। ਅਗਰ ਉਹ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤੇ ਮਾਤਾ ਜੀ ਉਹ ਤੋਂ ਕਿਨਾਰਾ ਕਰ ਲੈਂਦੇ, ਬੱਚੇ ਛੁਪਾ ਲੈਂਦੇ। ਲੇਕਿਨ ਉਹਦੇ ਨਾਲ ਨਾਲ ਜਾ ਕੇ ਮਾਤਾ ਗੁਜਰ ਕੌਰ ਜੀ ਨੇ ਸਾਬਤ ਕੀਤਾ ਕਿ ਗੁਰੂ ਸਾਹਿਬ ਦੀ ਜਾਂ ਮਾਤਾ ਗੁਜਰ ਕੌਰ ਜੀ ਦੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਮੁਸਲਮਾਨਾਂ ਦੇ ਖਿਲਾਫ ਹੋਵੇ। ਬਿਲਕੁਲ, ਉਹ ਧਰਮ ਕੋਈ ਵੀ ਹੋਵੇ, ਉਸ ਧਰਮ ਦੇ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਵੀ ਨਹੀਂ ਹੁੰਦੇ। ਬੇਸ਼ੱਕ। ਜੇਕਰ ਗੰਗੂ ਦੀ ਗੱਲ ਕਰੀਏ, ਉਹ ਹਿੰਦੂ ਧਰਮ ਦੇ ਵਿੱਚੋਂ ਸੀ, ਹਿੰਦੂ ਧਰਮ ਦੇ ਵਿੱਚੋਂ ਸੀ। ਗੁਰੂ ਘਰ ਦਾ ਰਸੋਈਆ ਵੀ ਰਹਿ ਚੁੱਕਿਆ ਸੀ, ਪਰ ਉਸਨੇ ਜਿਹੜੀ ਸ਼ਿਕਾਇਤ ਕੀਤੀ ਸੂਬੇ ਸਰਹੰਦ ਦੇ ਕੋਲ ਜਾ ਕੇ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਕਰਾਈ। ਪਰ ਜੇਕਰ ਆਪਾਂ ਗੱਲ ਕਰੀਏ ਉਸ ਸਮੇਂ ਦੇ ਜਿਹੜੇ ਆਗੂ ਸੀਗੇ, ਧਾਰਮਿਕ ਆਗੂ, ਨਵਾਬ ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਹੈ ਸਰਹੰਦ ਦੀ ਧਰਤੀ ਦੇ ਉੱਪਰ, ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਬੇਸ਼ੱਕ। ਉਹਨਾਂ ਦੇ ਬਾਰੇ ਜਿਹੜਾ ਹੈ ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ, ਵਿਚਾਰ ਚਰਚਾ ਹੁੰਦੀ ਹੈ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਹੈ ਜੀ। ਉਸ ਸਮੇਂ ਜਿਹੜੇ ਧਾਰਮਿਕ ਆਗੂ ਸੀ, ਉਹਨਾਂ ਦੀ ਜਿਹੜੀ ਭੂਮਿਕਾ ਸੀ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਕਿਹਾ ਗਿਆ ਕਿ ਸ਼ਰਅ ਦਾ ਜਿਹੜਾ ਹੁਕਮ ਸੀ ਉਸ ਦੇ ਮੁਤਾਬਕ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਚਿਣਕੇ ਸ਼ਹੀਦ ਕੀਤਾ ਜਾਂਦਾ। ਆਪ ਜੀ ਦਾ ਸਵਾਲ ਬਹੁਤ ਅੱਛਾ ਹੈ, ਬੜਾ ਦਿਲ ਖੁਸ਼ ਹੋਇਆ ਕਿ ਮੈਂ ਇੱਕ ਵਿਦਵਾਨ ਦੇ ਨਾਲ ਗੱਲ ਕਰ ਰਿਹਾ ਹਾਂ। ਮਗਰ ਖਾਲਸਾ ਜੀ, ਦਸਤਬਸਤਾ ਬੇਨਤੀ ਕਿ ਅਗਰ ਸ਼ਰੀਅਤ ਦੀ ਕੋਈ ਗੱਲ ਹੁੰਦੀ ਤੇ ਇੱਕ ਛੋਟੀ ਜਿਹੀ ਰਿਆਸਤ ਦਾ ਨਵਾਬ ਸ਼ੇਰ ਮੁਹੰਮਦ ਖਾਨ ਖੜਾ ਹੋ ਕੇ ਇਹ ਨਾ ਕਹਿੰਦਾ ਕਿ ਸੂਬੇਦਾਰਾ, ਇਸਲਾਮ ਬੱਚਿਆਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਹਨਾਂ ਦੀ ਇਹ ਗੱਲ ਕਹਿਣੀ ਬਹੁਤ ਵੱਡਾ ਫਲਸਫਾ ਹੈ ਇਹਦੇ ਵਿੱਚ। ਇਸਲਾਮ ਬੱਚਿਆਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸਲਾਮ ਤੋਂ ਵੱਧ ਕੇ ਕੋਈ ਸ਼ਰੀਅਤ ਨਹੀਂ ਹੈ। ਵਕਤੇ ਹਾਕਿਮ ਅਗਰ ਕੋਈ ਉਸ ਵੇਲੇ ਆਪਣੇ ਦਰਬਾਰ ਦੇ ਵਿੱਚ ਆਪਣੇ ਕੁਛ ਪੇਡਡ ਮੁਫਤੀ, ਕੋਈ ਮੌਲਵੀ, ਕੋਈ ਇਸ ਤਰ੍ਹਾਂ ਦੇ ਚੰਗੇ ਨਾਮਾਂ ਦੇ ਬੰਦੇ ਰੱਖ ਕੇ ਕੋਈ ਆਪਣੇ ਮੁਤਾਬਿਕ ਫੈਸਲਾ ਕਰਾ ਲਏ ਤੇ ਉਹ ਸ਼ਰੀਅਤ ਦਾ ਫੈਸਲਾ ਨਹੀਂ ਹੈ। ਸ਼ਰੀਅਤ ਦਾ ਫੈਸਲਾ ਉਹੀ ਹੈ ਜਿਹੜਾ ਵਬਾਂਗੇ ਦੋਹਲ ਬਿਨਾਂ ਕਿਸੇ ਡਰ ਖੌਫ ਤੋਂ ਸ਼ੇਰ ਮੁਹੰਮਦ ਖਾਨ ਨੇ ਦੱਸਿਆ। ਜਿਹੜੇ ਉਸ ਸਮੇਂ ਦੇ ਧਾਰਮਿਕ ਆਗੂ ਸੀ ਜਿਨ੍ਹਾਂ ਨੇ ਉਹ ਫੈਸਲਾ ਸੁਣਾਇਆ, ਉਹ ਰਾਜਨੀਤਿਕ ਆਗੂਆਂ ਦੇ ਦਬਾਅ ਹੇਠ, ਵਜ਼ੀਰ ਖਾਨ ਦੇ ਦਬਾਅ ਹੇਠ ਸੁਣਾਇਆ ਗਿਆ। ਹੋ ਸਕਦੇ ਹੋ, ਸ਼ਰੀਅਤ ਦਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਸੀ। ਸ਼ਰੀਅਤ ਦਾ ਵਾਸਤਾ ਸ਼ੇਰ ਮੁਹੰਮਦ ਖਾਨ ਨਾਲ ਸੀਗਾ। ਉਹਨੇ ਤਾਂ ਹੀ ਕਿਹਾ ਨਾ ਕਿ ਇਸਲਾਮ ਬੱਚਿਆਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਕੱਟ ਦਿੰਦੇ ਉਹ ਜਿਹੜੇ ਉੱਥੇ ਵਿਦਵਾਨ, ਮੁਫਤੀ, ਮੌਲਵੀ, ਜਿੰਨੇ ਕਾਜ਼ੀ, ਇਹ ਸਾਰੇ ਦਰਬਾਰੀ ਲੋਕ ਬੈਠੇ ਤੇ ਕੱਟ ਦਿੰਦੇ ਕਿ ਨਹੀਂ, ਇਸਲਾਮ ਦੀ ਗੱਲ ਨਾ ਕਰੋ ਜੀ, ਤੁਸੀਂ ਆਪਣੀ ਗੱਲ ਕਰੋ। ਉਹਨਾਂ ਦੀ ਖਾਮੋਸ਼ੀ, ਸ਼ੇਰ ਮੁਹੰਮਦ ਖਾਨ ਦਾ ਬੋਲਣਾ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਇਸ ਦੇ ਨਾਲ ਸ਼ਰੀਅਤ ਦਾ ਕੋਈ ਵਾਸਤਾ ਨਹੀਂ ਹੈ। ਮਾਤਾ ਗੁਜਰੀ ਜੀ ਨੂੰ ਵੀ ਬਹੁਤ ਸਾਰੇ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ, ਬਹੁਤ ਸਾਰੇ ਜਿਹੜੇ ਜ਼ੁਲਮ ਸੀ ਵਜ਼ੀਰ ਖਾਨ ਦੇ ਵੱਲੋਂ ਧੰਨ ਮਾਤਾ ਗੁਜਰੀ ਜੀ ਦੇ ਉੱਪਰ ਵੀ ਢਾਏ ਗਏ। ਉਸ ਜ਼ੁਲਮ ਨੂੰ ਬਿਆਨ ਕਰਦੀ ਕੋਈ ਕਵਿਤਾ ਜਾਂ ਮਾਤਾ ਗੁਜਰੀ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਦੀ ਸਿੱਖਿਆ ਦਿੰਦਿਆਂ ਹੋਇਆਂ ਦੀਆਂ ਕੋਈ ਲਾਈਨਾਂ, ਕੋਈ ਸਤਰਾਂ ਜੇਕਰ ਤੁਸੀਂ ਲਿਖੀਆਂ ਨੇ ਜਾਂ ਪਹਿਲਾਂ ਸਟੇਜ ਤੇ ਗਾਈਆਂ ਨੇ, ਮੈਂ ਚਾਹਾਂਗਾ ਜਾਂਦੇ ਜਾਂਦੇ ਉਹ ਸਤਰਾਂ ਵੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੋ। ਜੀ, ਮੈਂ ਪੇਸ਼ ਕਰਦਾ ਹਾਂ
ਨਿੱਕੇ ਨਿੱਕੇ ਬਾਲਾਂ ਨੂੰ ਸੁਹਾਵੇ ਮਾਤਾ ਗੁਜਰੀ, ਨਿੱਕੇ ਨਿੱਕੇ ਬਾਲਾਂ ਨੂੰ ਸੁਹਾਵੇ ਮਾਤਾ ਗੁਜਰੀ, ਠੰਡੀਆਂ ਹਵਾਵਾਂ ਤੋਂ ਬਚਾਵੇ ਮਾਤਾ ਗੁਜਰੀ, ਨਿੱਕੇ ਨਿੱਕੇ ਬਾਲਾਂ ਨੂੰ ਸੁਹਾਵੇ ਮਾਤਾ ਗੁਜਰੀ। ਸ਼ੇਰ ਸੁਣੀਏਗਾ ਹੁਜ਼ੂਰ। ਦਾਦੇ ਦੀਆਂ ਗੱਲਾਂ ਕਦੀ ਲੋਰੀਆਂ ਸੁਣਾਉਂਦੀ ਏ, ਸੀਨੇ ਨਾਲ ਲਾ ਕੇ ਪੋਤੇ ਠੰਡ ਤੋਂ ਬਚਾਉਂਦੀ ਏ, ਏਦਾਂ ਕਹਿਰੀ ਰਾਤ ਨੂੰ ਲੰਘਾਵੇ ਮਾਤਾ ਗੁਜਰੀ, ਨਿੱਕੇ ਨਿੱਕੇ ਬਾਲਾਂ ਨੂੰ ਸੁਹਾਵੇ ਮਾਤਾ ਗੁਜਰੀ। ਧੰਨਵਾਦ ਜੀ। ਬਹੁਤ ਹੀ ਕਮਾਲ ਤੁਸੀਂ ਜਿਹੜੀਆਂ ਨੇ ਇਸ ਤਰ੍ਹਾਂ ਗਾਈਆਂ ਨੇ। ਥੈਂਕ ਯੂ। ਬਹੁਤ ਮਿੱਠੀ ਆਵਾਜ਼ ਦੇ ਵਿੱਚ ਨਹੀਂ ਤੇ ਮਹਾਰਾਜ। ਬਹੁਤ ਹੀ ਵਿਰਾਗ ਦੇ ਵਿੱਚ ਆ ਕੇ ਤੁਸੀਂ ਹਾਏ, ਕਵਿਤਾਵਾਂ ਸਾਡੇ ਦਰਸ਼ਕਾਂ ਨੂੰ ਸੁਣਾਈਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜਗਬਾਣੀ ਤੇ ਦਰਸ਼ਨ ਟੀਵੀ ਦੇ ਵੱਲੋਂ। ਥੈਂਕ ਯੂ ਸਰ। ਪਿਆਰੇ ਦਰਸ਼ਕੋ, ਇਹ ਸਨ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਵਾਲੇ, ਜੋ ਕਿ ਪੰਥਕ ਸਟੇਜਾਂ ਦੇ ਉੱਪਰ ਬਹੁਤ ਹੀ ਵੈਰਾਗਮਈ ਢੰਗ ਦੇ ਨਾਲ ਪੰਥਕ ਕਵਿਤਾਵਾਂ ਜਿਹੜੀਆਂ ਨੇ ਉਹ ਸੁਣਾਉਂਦੇ ਨੇ। ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਇਹਨਾਂ ਨੇ ਗੱਲਬਾਤ ਕੀਤੀ, ਕਿਵੇਂ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਸ ਬਾਰੇ ਵੀ ਇਹਨਾਂ ਨੇ ਆਪਣਾ ਪੱਖ ਰੱਖਿਆ। ਤੇ ਨਾਲ ਨਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਪਰ ਤੇ ਵੱਡੇ ਤੇ ਛੋਟੇ ਸਾਹਿਬਜ਼ਾਦੇ ਤੇ ਧੰਨ ਮਾਤਾ ਗੁਜਰੀ ਜੀ ਦੇ ਜੀਵਨ ਦੇ ਉੱਪਰ ਲਿਖੀਆਂ ਹੋਈਆਂ ਕਵਿਤਾਵਾਂ ਵੀ ਇਹਨਾਂ ਨੇ ਬਹੁਤ ਹੀ ਵੈਰਾਗਮਈ ਆਵਾਜ਼ ਦੇ ਵਿੱਚ ਸਾਨੂੰ ਤੇ ਤੁਹਾਨੂੰ ਸੁਣਾਈਆਂ ਨੇ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਫਿਰ ਇੱਕ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।